ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਆਟਵਾ ਦਾ ਵੱਡਾ ਫੈਸਲਾ, ਸਟੇਟ ਆਫ ਐਮਰਜੈਂਸੀ ਦਾ ਐਲਾਨ। ਜਗਮੀਤ ਸਿੰਘ ਦੀ ਪ੍ਰਦਰਸ਼ਨ ਬਾਰੇ ਮੰਗ, ਕਿਹਾ ਬੁਲਾਈ ਜਾਵੇ ਇਸ ਤੇ ਡਿਬੇਟ। ਪ੍ਰਦਰਸ਼ਨ ਦੌਰਾਨ ਹਿੰਸਾ, 5 ਜਾਣੇ ਗ੍ਰਿਫਤਾਰ। ਕਿਊਬਿਕ ਵਿੱਚ ਪ੍ਰਦਰਸ਼ਨ, 3 ਜਾਣੇ ਕੀਤੇ ਗਏ ਗ੍ਰਿਫਤਾਰ। ਪ੍ਰਦਰਸ਼ਨ ਬਾਰੇ ਜੱਜ ਦਾ ਫੈਸਲਾ, 10 ਦਿਨਾਂ ਲਈ ਹਾਰਨ ਤੇ ਲਗਾਈ ਰੋਕ। 에ਅਰਲਾਈਨ ਨੇ ਕੀਤੀਆਂ ਉਡਾਨਾਂ ਰੱਦ, ਦੱਸਿਆ ਇਸ ਦਾ ਕਾਰਨ। ਅਮਰੀਕਾ ਵਿੱਚ ਉਡਾਨਾਂ ਬਾਰੇ ਮੰਗ, ਟੈਸਟ ਹਟਾਉਣ ਦੀ ਕੀਤੀ ਗਈ ਮੰਗ। ਆਟਵਾ ਵਿੱਚ ਟਰੱਕ ਡਰਾਈਵਰਸ ਵੱਲੋਂ ਕਾਫੀ ਦਿਨਾਂ ਤੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਦਰਅਸਲ ਉਹਨਾਂ ਵੱਲੋਂ ਫੈਡਰਲ ਸਰਕਾਰ ਨੇ ਜੋ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਲਿਆਂਦੀ ਹੈ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹੁਣ ਜੋ ਇੱਥੇ ਪ੍ਰਦਰਸ਼ਨ ਚੱਲ ਰਿਹਾ ਹੈ ਇਸ ਨੂੰ ਧਿਆਨ ਵਿੱਚ ਰੱਖਦਿਆਂ ਆਟਵਾ ਵਿੱਚ ਸਟੇਟ ਆਫ ਐਮਰਜੈਂਸੀ ਲਗਾ ਦਿੱਤੀ ਗਈ ਹੈ। ਆਟਵਾ ਵਿੱਚ ਚੱਲ ਰਹੇ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਸਟੇਟ ਆਫ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ। ਜੀ ਹਾਂ, ਟਰੱਕ ਡਰਾਈਵਰਸ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜੋ ਆਟਵਾ ਵਿੱਚ ਕਾਫੀ ਦਿਨਾਂ ਤੋਂ ਪ੍ਰੋਟੈਸਟ ਚੱਲ ਰਿਹਾ ਹੈ, ਹੁਣ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਆਟਵਾ ਵੱਲੋਂ ਸਟੇਟ ਆਫ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ। ਇਸ ਦਾ ਐਲਾਨ ਪ੍ਰੈਸ ਰਿਲੀਜ਼ ਦੇ ਰਾਹੀਂ ਮੇਅਰ ਜਿਮ ਵੱਲੋਂ ਕੀਤਾ ਗਿਆ। ਦੱਸ ਦਈਏ ਕਿ ਲਾਜ਼ਮੀ ਵੈਕਸੀਨੇਸ਼ਨ ਦਾ ਵਿਰੋਧ ਕਰਨ ਵਾਲੇ ਟਰੱਕ ਡਰਾਈਵਰਸ ਆਟਵਾ ਵਿੱਚ 28 ਜਨਵਰੀ ਨੂੰ ਪਹੁੰਚੇ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਇੱਥੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਲਗਾਤਾਰ ਸੜਕਾਂ ਦੇ ਉੱਪਰ ਹਾਰਨ ਦੀਆਂ ਉੱਚੀਆਂ ਆਵਾਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਘਟਨਾਵਾਂ ਪ੍ਰੋਟੈਸਟ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਦੱਸ ਦਈਏ ਕਿ ਫੈਡਰਲ ਸਰਕਾਰ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਨੀਤੀ ਦਾ ਐਲਾਨ ਕੀਤਾ ਗਿਆ, ਜਿਸ ਮੁਤਾਬਕ ਟਰੱਕ ਡਰਾਈਵਰਸ ਲਈ ਕੋਵਿਡ-19 ਵੈਕਸੀਨ ਹਾਸਲ ਕਰਨੀ ਜ਼ਰੂਰੀ ਹੈ। ਪਰ ਕੁਝ ਟਰੱਕ ਡਰਾਈਵਰਸ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇੰਨਾ ਨਹੀਂ, ਉਹ ਚਾਹੁੰਦੇ ਨੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਨੂੰ ਮਿਲਣ ਤੇ ਨਾਲ ਹੀ ਵੱਖ-ਵੱਖ ਸੂਬਿਆਂ 'ਚੋਂ ਕਰੋਨਾ ਪਾਬੰਦੀਆਂ ਵੀ ਹਟਾ ਦਿੱਤੀਆਂ ਜਾਣ। ਪਰ ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਹਿ ਦਿੱਤਾ ਗਿਆ ਕਿ ਉਹ ਟਰੱਕ ਡਰਾਈਵਰਸ ਨਾਲ ਮੁਲਾਕਾਤ ਨਹੀਂ ਕਰਨਗੇ ਤੇ ਨਾ ਹੀ ਉਹਨਾਂ ਵੱਲੋਂ ਨੈਗੋਸੀਏਸ਼ਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਾਲ ਹੀ ਵਿੱਚ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ GoFundMe ਵੱਲੋਂ ਵੀ ਵੱਡਾ ਫੈਸਲਾ ਕੀਤਾ ਗਿਆ। GoFundMe ਵਿੱਚ ਜੋ ਇਸ ਪ੍ਰੋਟੈਸਟ ਦੌਰਾਨ $10 ਮਿਲੀਅਨ ਇਕੱਠੇ ਹੋਏ ਸਨ, ਉਸ ਨੂੰ ਰੋਕ ਦਿੱਤਾ ਗਿਆ ਹੈ। ਇਸ ਬਾਰੇ GoFundMe ਨੇ ਕਿਹਾ ਕਿ ਇਹ ਪ੍ਰਦਰਸ਼ਨ ਸ਼ਾਂਤਮਈ ਤਰੀਕੇ ਨਾਲ ਸ਼ੁਰੂ ਹੋਇਆ ਸੀ, ਪਰ ਹੁਣ ਇਸ ਤੋਂ ਹਿੰਸਕ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਨੇ, ਜਿਸ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਅਤੇ ਫੰਡ ਦੇ ਉੱਪਰ ਰੋਕ ਲਗਾ ਦਿੱਤੀ। ਇਸ ਤੋਂ ਇਲਾਵਾ ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਵੀ ਸਮੇਂ-ਸਮੇਂ ਦੇ ਉੱਪਰ ਇਸ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦੇ ਰਹਿੰਦੇ ਨੇ। ਤੇ ਹੁਣ ਆਟਵਾ ਵਿੱਚ ਜੋ ਕਾਫੀ ਦਿਨਾਂ ਤੋਂ ਪ੍ਰਦਰਸ਼ਨ ਚੱਲ ਰਿਹਾ ਹੈ, ਇਸ ਦੌਰਾਨ ਸਟੇਟ ਆਫ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਖਾਸ ਮੰਗ ਕੀਤੀ ਗਈ ਹੈ। ਉਹਨਾਂ ਵੱਲੋਂ ਐਮਰਜੈਂਸੀ ਡਿਬੇਟ ਸੰਬੰਧੀ ਮੰਗ ਕੀਤੀ ਗਈ। ਐਨਡੀਪੀ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਹਾਊਸ ਆਫ ਕਾਮਨਸ ਵਿੱਚ ਜੋ ਇਸ ਸਮੇਂ ਪ੍ਰਦਰਸ਼ਨ ਚੱਲ ਰਿਹਾ ਹੈ, ਇਸ ਦੇ ਸੰਬੰਧ ਵਿੱਚ ਐਮਰਜੈਂਸੀ ਡਿਬੇਟ ਬੁਲਾਉਣੀ ਚਾਹੀਦੀ ਹੈ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਮੰਗ ਕੀਤੀ ਗਈ ਹੈ ਕਿ ਹਾਊਸ ਵਿੱਚ ਟਰੱਕਰਸ ਦੇ ਪ੍ਰੋਟੈਸਟ ਸੰਬੰਧੀ ਐਮਰਜੈਂਸੀ ਡਿਬੇਟ ਬੁਲਾਈ ਜਾਵੇ। ਜੀ ਹਾਂ, ਐਨਡੀਪੀ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਜੋ ਇਸ ਸਮੇਂ ਟਰੱਕ ਡਰਾਈਵਰਸ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ, ਇਸ ਦੇ ਸੰਬੰਧ ਵਿੱਚ ਹਾਊਸ ਆਫ ਕਾਮਨਸ ਅੰਦਰ ਐਮਰਜੈਂਸੀ ਡਿਬੇਟ ਹੋਣੀ ਚਾਹੀਦੀ ਹੈ। ਇਸ ਸੰਬੰਧੀ ਉਹਨਾਂ ਵੱਲੋਂ ਸਪੀਕਰ ਨੂੰ ਲੈਟਰ ਭੇਜਿਆ ਗਿਆ ਅਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਹਾਊਸ ਆਫ ਕਾਮਨਸ ਵਿੱਚ ਵੀ ਇਸ ਸੰਬੰਧੀ ਉਹਨਾਂ ਵੱਲੋਂ ਰਿਕੁਐਸਟ ਕੀਤੀ ਜਾਵੇਗੀ। ਜਗਮੀਤ ਸਿੰਘ ਨੇ ਕਿਹਾ ਕਿ ਇਸ ਸਮੇਂ ਜੋ ਹਾਲਾਤ ਬਣੇ ਹੋਏ ਨੇ ਉਹ ਕ੍ਰਾਈਸਿਸ ਪੁਆਇੰਟ ਦੇ ਉੱਪਰ ਆ ਚੁੱਕੇ ਨੇ ਤੇ ਇਹ ਵੇਲਾ ਆ ਗਿਆ ਹੈ ਕਿ ਸਰਕਾਰ ਇਸ ਸੰਬੰਧੀ ਕੁਝ ਖਾਸ ਕਦਮ ਚੁੱਕੇ। ਜਗਮੀਤ ਸਿੰਘ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। And now there is clearly foreign interference. There are many examples of American politicians and other folks that are funding direct um, this direct action that is trying to undermine our democracy. It's directly attempting to undermine our democracy, replace elected officials with unelected committee made up of members of who knows how they're chosen. It is clear that this is not a protest. This is an act to try to overthrow the government, and it is getting funded by foreign interference, and we need to investigate and stop the flow of that foreign interference, particularly coming from the states. Thirdly, Canadians need a plan to get out of this pandemic. And up to this point, people were told, well, if you get vaccinated, we'll be able to get through this. Now, lots of people are vaccinated and they're still in the pandemic and they want to know what's it going to take for us to get out of this. And people need to have that plan. What does that plan look like? So the federal government needs to meet with public health experts, get together and provide a plan. We know that some of the elements of this plan are going to include making sure we continue to get vaccinated and have access to vaccinations. We need to know, we need to get testing, and we need to make sure that we're helping with the emergency crisis in our healthcare system because it continues to be pushed to the brink. And so these are some of the elements of the plan, but we need a plan. What is it going to look like for us to get out of this pandemic? How much more is it going to take? And what do we need to do? And people need to know that. That's something that's really important.
And then fourth and finally, there are a lot of problems that Canadians faced before the pandemic that only got worse in the pandemic. And we need to come together as parliamentarians and work on solving those problems, providing solutions to those problems. There are people that cannot find housing. There are people that cannot put a roof over their head, nor can they find, they don't have enough resources to pay the bills or buy groceries because the cost of living is going up. We need to get together and start looking for solutions to fix these problems so that people ਵੈਨਕੂਵਰ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜੋ ਇਸ ਸਮੇਂ ਪ੍ਰੋਟੈਸਟ ਚੱਲ ਰਿਹਾ ਇਸ ਦੌਰਾਨ ਉਹਨਾਂ ਵੱਲੋਂ 5 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇੱਥੋਂ ਜਿਹੜੀਆਂ ਘਟਨਾਵਾਂ ਸਾਹਮਣੇ ਆਈਆਂ ਇਸ ਦਾ ਜ਼ਿਕਰ ਵੀ ਵੈਨਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ ਕੀਤਾ ਗਿਆ। ਇੱਥੇ ਜੋ ਵੀਕਐਂਡ ਦੌਰਾਨ ਪ੍ਰਦਰਸ਼ਨ ਹੋਇਆ ਇੱਥੇ ਕਿਸ ਤਰ੍ਹਾਂ ਦਾ ਘਟਨਾਕ੍ਰਮ ਰਿਹਾ ਇਹ ਵੀ ਉਹਨਾਂ ਵੱਲੋਂ ਦੱਸਿਆ ਗਿਆ ਹੈ। ਵੈਨਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਵੱਲੋਂ 5 ਜਾਣੇ ਗ੍ਰਿਫਤਾਰ ਕੀਤੇ ਗਏ। ਦਰਅਸਲ ਪ੍ਰਦਰਸ਼ਨ ਦੌਰਾਨ ਇਨ੍ਹਾਂ 5 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਬਾਰੇ ਵੈਨਕੂਵਰ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਇੱਥੇ ਕੁਝ ਲੋਕਾਂ ਵੱਲੋਂ ਪੱਥਰ ਸਿੱਟੇ ਜਾ ਰਹੇ ਸਨ, ਆਂਡੇ ਮਾਰੇ ਜਾ ਰਹੇ ਸਨ। ਇੰਨਾ ਹੀ ਨਹੀਂ, ਗੱਡੀਆਂ ਦੇ ਉੱਪਰ ਠੁੱਡਾਂ ਵੀ ਮਾਰੀਆਂ ਜਾ ਰਹੀਆਂ ਸਨ, ਜਿਸ ਕਾਰਨ ਉਹਨਾਂ ਵੱਲੋਂ 5 ਜਾਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਵੈਨਕੂਵਰ ਪੁਲਿਸ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਹਰ ਕਿਸੇ ਨੂੰ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਦਾ ਹੱਕ ਹੈ, ਪਰ ਜੋ ਕੁਝ ਘਟਨਾਵਾਂ ਪ੍ਰਦਰਸ਼ਨ ਦੌਰਾਨ ਸਾਹਮਣੇ ਆਈਆਂ ਉਸ ਦੇ ਕਾਰਨ ਉਹਨਾਂ ਵੱਲੋਂ ਕੁਝ ਲੋਕਾਂ ਦੇ ਉੱਪਰ ਕਾਰਵਾਈ ਕੀਤੀ ਗਈ। ਜਾਣਕਾਰੀ ਮੁਤਾਬਕ ਜਿਹੜੇ 5 ਜਾਣੇ ਗ੍ਰਿਫਤਾਰ ਕੀਤੇ ਗਏ ਇਹ ਸਾਰੇ ਮੇਲ ਸਨ ਤੇ ਇਹਨਾਂ ਦੀ ਉਮਰ 28 ਸਾਲ ਤੋਂ 57 ਸਾਲ ਦੇ ਵਿਚਕਾਰ ਦੱਸੀ ਗਈ। ਵੈਨਕੂਵਰ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਹਨਾਂ ਵੱਲੋਂ ਆਂਡੇ ਸੁੱਟੇ ਜਾ ਰਹੇ ਸਨ ਅਤੇ ਕਈ ਲੋਕਾਂ ਨੂੰ ਇਹ ਚੈਲੰਜ ਕਰ ਰਹੇ ਸਨ ਕਿ ਉਹਨਾਂ ਨਾਲ ਲੜਾਈ ਕਰਨ। ਇਸ ਦੌਰਾਨ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪ੍ਰਦਰਸ਼ਨ ਦੌਰਾਨ ਜੋ ਹੋਇਆ ਉਹ ਵੀ ਦੇਖਿਆ ਜਾ ਸਕਦਾ ਹੈ। ਜਾਣਕਾਰੀ ਲਈ ਦੱਸ ਦਈਏ ਕਿ ਫੈਡਰਲ ਸਰਕਾਰ ਵੱਲੋਂ ਟਰੱਕ ਡਰਾਈਵਰਸ ਲਈ ਲਾਜ਼ਮੀ ਵੈਕਸੀਨੇਸ਼ਨ ਨੀਤੀ ਦਾ ਐਲਾਨ ਕੀਤਾ ਗਿਆ, ਪਰ ਕੁਝ ਟਰੱਕ ਡਰਾਈਵਰਸ ਇਸ ਦਾ ਵਿਰੋਧ ਕਰ ਰਹੇ ਨੇ, ਜਿਨ੍ਹਾਂ ਵੱਲੋਂ ਵੱਖ-ਵੱਖ ਥਾਵਾਂ ਦੇ ਉੱਪਰ ਲਾਜ਼ਮੀ ਵੈਕਸੀਨੇਸ਼ਨ ਨੀਤੀ ਦਾ ਵਿਰੋਧ ਕਰਦਿਆਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਵੀਕਐਂਡ ਮੌਕੇ ਕਿਊਬਿਕ ਵਿੱਚ ਪ੍ਰੋਟੈਸਟ ਹੋਇਆ। ਇਸ ਦੌਰਾਨ 3 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਹਨਾਂ ਵੱਲੋਂ ਕਈ ਟਿਕਟਾਂ ਵੀ ਜਾਰੀ ਕੀਤੀਆਂ ਗਈਆਂ ਨੇ। ਕਿਸ ਸਿਲਸਿਲੇ ਵਿੱਚ ਇਹ ਟਿਕਟਾਂ ਦਿੱਤੀਆਂ ਗਈਆਂ ਇਹ ਵੀ ਉਹਨਾਂ ਵੱਲੋਂ ਦੱਸਿਆ ਗਿਆ। ਕਿਊਬਿਕ ਦੇ ਵਿੱਚ ਲਾਜ਼ਮੀ ਵੈਕਸੀਨੇਸ਼ਨ ਦਾ ਵਿਰੋਧ ਦੇਖਣ ਨੂੰ ਮਿਲਿਆ। ਇਸ ਦੌਰਾਨ ਕਾਰਵਾਈ ਕਰਦਿਆਂ ਪੁਲਿਸ ਵੱਲੋਂ 3 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦਰਜਨਾਂ ਟਿਕਟਾਂ ਉਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ। ਜੀ ਹਾਂ, ਕਿਊਬਿਕ ਸ਼ਹਿਰ ਵਿੱਚ ਜੋ ਲਾਜ਼ਮੀ ਵੈਕਸੀਨੇਸ਼ਨ ਨੀਤੀ ਦੇ ਖਿਲਾਫ ਵਿਰੋਧ ਹੋਇਆ ਉਸ ਦੌਰਾਨ ਪੁਲਿਸ ਵੱਲੋਂ 3 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕਈਆਂ ਨੂੰ ਟਿਕਟਾਂ ਵੀ ਜਾਰੀ ਕੀਤੀਆਂ ਗਈਆਂ। ਪੁਲਿਸ ਚੀਫ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਵੱਲੋਂ 50 ਟਿਕਟਾਂ ਮਿਊਨਿਸਪਲ ਵਾਇਓਲੇਸ਼ਨ ਦੇ ਚੱਲਦਿਆਂ ਅਤੇ ਨੋਇਜ਼ ਕੰਪਲੇਂਟ ਦੇ ਕਾਰਨ ਜਾਰੀ ਕੀਤੀਆਂ ਗਈਆਂ। ਅਥਾਰਟੀਜ਼ ਵੱਲੋਂ 72 ਟਿਕਟਾਂ ਵਾਇਓਲੇਸ਼ਨ ਆਫ ਦਾ ਹਾਈਵੇ ਸੇਫਟੀ ਕੋਡ ਅਤੇ 48 ਪਾਰਕਿੰਗ ਟਿਕਟਸ ਦਿੱਤੀਆਂ ਗਈਆਂ। ਇਸ ਦੌਰਾਨ ਇੱਕ ਵਿਅਕਤੀ ਦਾ ਵਾਹਨ ਵੀ ਟੋ ਕੀਤਾ ਗਿਆ। ਦੱਸ ਦਈਏ ਕਿ ਫੈਡਰਲ ਸਰਕਾਰ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਜੋ ਲਿਆਂਦੀ ਗਈ ਉਸ ਦਾ ਟਰੱਕ ਡਰਾਈਵਰਸ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਫੈਡਰਲ ਸਰਕਾਰ ਮੁਤਾਬਕ ਟਰੱਕ ਡਰਾਈਵਰਸ ਲਈ ਕੋਵਿਡ-19 ਵੈਕਸੀਨ ਹਾਸਲ ਕਰਨਾ ਜ਼ਰੂਰੀ ਹੈ, ਪਰ ਕਈ ਟਰੱਕ ਡਰਾਈਵਰਸ ਇਸ ਦੇ ਵਿਰੋਧ ਵਿੱਚ ਨੇ। ਆਟਵਾ ਵਿੱਚ ਕਾਫੀ ਦਿਨਾਂ ਤੋਂ ਇਸ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਵੀਕਐਂਡ ਦੌਰਾਨ ਵੱਖ-ਵੱਖ ਸੂਬਿਆਂ ਵਿੱਚ ਇਹ ਪ੍ਰੋਟੈਸਟ ਦੇਖਣ ਨੂੰ ਮਿਲਿਆ। ਕਿਊਬਿਕ ਤੋਂ ਜੋ ਜਾਣਕਾਰੀ ਸਾਹਮਣੇ ਆਈ ਉਸ ਵਿੱਚ ਦੱਸਿਆ ਗਿਆ ਕਿ ਪ੍ਰਦਰਸ਼ਨ ਦੌਰਾਨ ਉਹਨਾਂ ਵੱਲੋਂ 3 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪੁਲਿਸ ਵੱਲੋਂ ਕਈ ਟਿਕਟਾਂ ਵੀ ਜਾਰੀ ਕੀਤੀਆਂ ਗਈਆਂ, ਜਿਸ ਬਾਰੇ ਉਹਨਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ। ਆਟਵਾ ਵਿੱਚ ਇਸ ਸਮੇਂ ਜੋ ਪ੍ਰੋਟੈਸਟ ਚੱਲ ਰਿਹਾ ਇਸ ਸੰਬੰਧੀ ਜੱਜ ਵੱਲੋਂ ਆਪਣਾ ਫੈਸਲਾ ਸੁਣਾਇਆ ਗਿਆ। ਕਾਫੀ ਦਿਨਾਂ ਤੋਂ ਇੱਥੇ ਟਰੱਕ ਡਰਾਈਵਰਸ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਲਗਾਤਾਰ ਸੜਕਾਂ ਉੱਪਰ ਹਾਰਨ ਸੁਣਾਈ ਦੇ ਰਹੇ ਨੇ। ਆਟਵਾ ਦੇ ਜਿਹੜੇ ਵਸਨੀਕ ਕਾਫੀ ਇਸ ਕਾਰਨ ਪਰੇਸ਼ਾਨੀ ਦਾ ਸਾਹਮਣਾ ਵੀ ਕਰ ਰਹੇ ਸਨ। ਜੱਜ ਵੱਲੋਂ ਫੈਸਲਾ ਸੁਣਾਉਂਦਿਆਂ ਕਿਹਾ ਗਿਆ ਕਿ 10 ਦਿਨ ਹਾਰਨ ਵਜਾਉਣ ਦੇ ਉੱਪਰ ਰੋਕ ਰਹੇਗੀ। ਆਟਵਾ ਵਿੱਚ ਇਸ ਸਮੇਂ ਜੋ ਪ੍ਰੋਟੈਸਟ ਹੋ ਰਿਹਾ ਇਸ ਸੰਬੰਧੀ ਜੱਜ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ। ਹੁਣ ਇੱਥੇ 10 ਦਿਨਾਂ ਲਈ ਹਾਰਨ ਵਜਾਉਣ ਸੰਬੰਧੀ ਰੋਕ ਲਗਾ ਦਿੱਤੀ ਗਈ ਹੈ। ਜੀ ਹਾਂ, ਓਨਟਾਰੀਓ ਸੁਪਰੀਮ ਕੋਰਟ ਜਸਟਿਸ ਮੈਕਲੀਨ ਵੱਲੋਂ ਫੈਸਲਾ ਸੁਣਾਇਆ ਗਿਆ ਹੈ ਕਿ ਸ਼ਹਿਰ ਦੀਆਂ ਸੜਕਾਂ ਦੇ ਉੱਪਰ 10 ਦਿਨਾਂ ਤੱਕ ਹਾਰਨ ਨਹੀਂ ਵਜਾਏ ਜਾਣਗੇ। ਦਰਅਸਲ ਆਟਵਾ ਦੇ ਲੋਕਾਂ ਨੂੰ ਇਸ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਕਿਉਂਕਿ ਲਗਾਤਾਰ ਇੱਥੇ ਸੜਕਾਂ ਤੇ ਹਾਰਨ ਵੱਜ ਰਹੇ ਸਨ। ਇਸ ਦੌਰਾਨ ਮੈਕਲੀਨ ਦਾ ਕਹਿਣਾ ਹੈ ਕਿ ਜੋ ਉਹਨਾਂ ਵੱਲੋਂ ਫੈਸਲਾ ਸੁਣਾਇਆ ਗਿਆ ਜਿਸ ਵਿੱਚ ਹਾਰਨ ਬੰਦ ਕਰਨ ਦੀ ਗੱਲ ਕਹੀ ਗਈ ਹੈ ਇਹ ਕੁਝ ਸਮੇਂ ਲਈ ਹੈ, ਕਿਉਂਕਿ ਉਹਨਾਂ ਵੱਲੋਂ ਅਜੇ ਹੋਰ ਐਵੀਡੈਂਸ ਸੰਬੰਧੀ ਵਿਚਾਰ ਕੀਤਾ ਜਾਵੇਗਾ। ਦੱਸ ਦਈਏ ਕਿ ਫੈਡਰਲ ਸਰਕਾਰ ਵੱਲੋਂ ਜੋ ਲਾਜ਼ਮੀ ਵੈਕਸੀਨੇਸ਼ਨ ਨੀਤੀ ਲਿਆਂਦੀ ਗਈ ਉਸ ਦਾ ਟਰੱਕ ਡਰਾਈਵਰਸ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਆਟਵਾ ਵਿੱਚ ਵੀ ਕਾਫੀ ਦਿਨਾਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੜਕਾਂ ਉੱਪਰ ਲਗਾਤਾਰ ਹਾਰਨ ਵਜਾਏ ਜਾ ਰਹੇ ਸਨ। ਇਸ ਤੋਂ ਇਲਾਵਾ ਵੀਕਐਂਡ ਤੇ ਵੱਖ-ਵੱਖ ਸੂਬਿਆਂ ਵਿੱਚ ਪ੍ਰਦਰਸ਼ਨ ਦੇਖਣ ਨੂੰ ਮਿਲਿਆ।
ਹੁਣ ਇਹਨਾਂ ਟਰੱਕ ਡਰਾਈਵਰਸ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕਰੋਨਾ ਕਾਰਨ ਜੋ ਪਾਬੰਦੀਆਂ ਲਗਾਈਆਂ ਗਈਆਂ ਉਹਨਾਂ ਨੂੰ ਹਟਾਇਆ ਜਾਵੇ ਤੇ ਨਾਲ ਹੀ ਲਾਜ਼ਮੀ ਵੈਕਸੀਨੇਸ਼ਨ ਨੀਤੀ ਨੂੰ ਵੀ ਰੱਦ ਕੀਤਾ ਜਾਵੇ। ਇਸ ਬਾਰੇ ਮਾਰਕੋ ਮੈਡੀਸੀਨੋ ਵੱਲੋਂ ਕਿਹਾ ਗਿਆ ਸੀ ਕਿ ਉਹ ਚਾਹੁੰਦੇ ਨੇ ਕਿ ਜਲਦ ਜ਼ਿੰਦਗੀ ਆਮ ਲੀਹਾਂ ਦੇ ਉੱਪਰ ਆ ਜਾਵੇ। ਉਹ ਚਾਹੁੰਦੇ ਨੇ ਕਿ ਆਮ ਦਿਨ ਜਲਦ ਵਾਪਸ ਆ ਜਾਣ। ਹਾਲ ਹੀ 'ਚ ਇਸ ਮੁੱਦੇ ਸੰਬੰਧ ਵਿੱਚ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਵੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਘੇਰਿਆ ਗਿਆ ਤੇ ਨਾਲ ਹੀ ਉਹਨਾਂ ਨੇ ਐਮਰਜੈਂਸੀ ਡਿਬੇਟ ਦੀ ਵੀ ਮੰਗ ਕੀਤੀ। ਲਗਾਤਾਰ ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਵੀ ਇਸ ਸੰਬੰਧੀ ਆਪਣੀ ਰਾਏ ਦਿੰਦੇ ਹੋਏ ਦਿਖਾਈ ਦੇ ਰਹੇ ਨੇ। ਆਸਟ੍ਰੇਲੀਆ ਵੱਲੋਂ ਕਾਫੀ ਲੰਬੇ ਸਮੇਂ ਤੋਂ ਆਪਣੇ ਬਾਰਡਰ ਯਾਤਰੀਆਂ ਵਾਸਤੇ ਬੰਦ ਰੱਖੇ ਹੋਏ ਸਨ, ਪਰ ਹੁਣ ਆਸਟ੍ਰੇਲੀਆ ਤੋਂ ਚੰਗੀ ਖਬਰ ਸਾਹਮਣੇ ਆਈ ਹੈ, ਜਿੱਥੇ ਯਾਤਰੀਆਂ ਲਈ ਬਾਰਡਰ ਖੋਲੇ ਜਾ ਰਹੇ ਨੇ। ਸ਼ਰਤ ਹੈ ਕਿ ਉਹਨਾਂ ਦੇ ਕੋਵਿਡ-19 ਵੈਕਸੀਨ ਲੱਗੀ ਹੋਣੀ ਚਾਹੀਦੀ ਹੈ। ਯਾਤਰਾ ਸੰਬੰਧੀ ਆਸਟ੍ਰੇਲੀਆ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਆਸਟ੍ਰੇਲੀਆ ਵੱਲੋਂ ਹੁਣ ਆਪਣੇ ਬਾਰਡਰ ਖੋਲੇ ਜਾ ਰਹੇ ਹਨ। ਜੀ ਹਾਂ, ਸਾਰੇ ਵੈਕਸੀਨੇਟਡ ਯਾਤਰੀ ਅਤੇ ਬਿਜ਼ਨਸ ਟਰੈਵਲਰਸ ਵਾਸਤੇ ਆਸਟ੍ਰੇਲੀਆ 21 ਫਰਵਰੀ ਤੋਂ ਆਪਣੇ ਬਾਰਡਰ ਖੋਲ ਰਿਹਾ ਹੈ। ਦੱਸੀਏ ਕਿ ਆਸਟ੍ਰੇਲੀਆ ਵੱਲੋਂ ਮਾਰਚ 2020 ਤੋਂ ਹੀ ਯਾਤਰਾ ਸੰਬੰਧੀ ਸਖਤੀ ਕੀਤੀ ਹੋਈ ਹੈ ਤੇ ਹੁਣ ਉਹਨਾਂ ਵੱਲੋਂ ਰਾਹਤ ਦਾ ਐਲਾਨ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਆਸਟ੍ਰੇਲੀਅਨ ਪੋਪੂਲੇਸ਼ਨ ਵਾਸਤੇ ਵੀ ਬਾਰਡਰ ਸੰਬੰਧੀ ਰਾਹਤ ਦਿੱਤੀ ਗਈ ਸੀ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਾਰੇ ਵੈਕਸੀਨੇਟਡ ਵੀਜ਼ਾ ਹੋਲਡਰਸ ਵਾਸਤੇ 21 ਫਰਵਰੀ ਤੋਂ ਆਪਣੇ ਦਰਵਾਜ਼ੇ ਖੋਲੇ ਜਾ ਰਹੇ ਨੇ। ਜਿਹੜੇ ਯਾਤਰੀ ਆਸਟ੍ਰੇਲੀਆ ਆਉਣਗੇ ਉਹਨਾਂ ਵਾਸਤੇ ਪ੍ਰੂਫ ਆਫ ਵੈਕਸੀਨੇਸ਼ਨ ਦਿਖਾਉਣਾ ਜ਼ਰੂਰੀ ਹੋਵੇਗਾ। ਜ਼ਿਕਰਯੋਗ ਹੈ ਕਿ ਮਾਰਚ 2020 ਤੋਂ ਪੈਂਡੈਮਿਕ ਕਾਰਨ ਵੱਖ-ਵੱਖ ਦੇਸ਼ਾਂ ਵੱਲੋਂ ਆਪਣੇ ਬਾਰਡਰ ਬੰਦ ਕਰ ਦਿੱਤੇ ਗਏ ਸਨ। ਹੌਲੀ-ਹੌਲੀ ਕਈ ਦੇਸ਼ਾਂ ਵੱਲੋਂ ਯਾਤਰਾ ਸੰਬੰਧੀ ਰਾਹਤ ਦਿੱਤੀ ਗਈ, ਪਰ ਇਸ ਦੌਰਾਨ ਟੂਰਿਜ਼ਮ ਇੰਡਸਟਰੀ ਨੂੰ ਵੱਡਾ ਘਾਟਾ ਸਹਿਣਾ ਪਿਆ। ਆਸਟ੍ਰੇਲੀਆ ਵੱਲੋਂ ਕਾਫੀ ਲੰਬੇ ਸਮੇਂ ਤੱਕ ਪਾਬੰਦੀਆਂ ਬਰਕਰਾਰ ਰੱਖੀਆਂ ਗਈਆਂ। ਇੱਥੇ ਵੀ ਪਾਬੰਦੀਆਂ ਕਾਰਨ ਟਰੈਵਲ ਇੰਡਸਟਰੀ ਕਾਫੀ ਪ੍ਰਭਾਵਿਤ ਹੋਈ ਤੇ ਅੱਜ ਆਸਟ੍ਰੇਲੀਆ ਤੋਂ ਇੱਕ ਵੱਡਾ ਐਲਾਨ ਹੋਇਆ ਹੈ ਜਿਸ ਨੇ ਯਾਤਰੀਆਂ ਨੂੰ ਰਾਹਤ ਦਿੱਤੀ ਹੈ। ਹੁਣ ਆਸਟ੍ਰੇਲੀਆ ਵੱਲੋਂ ਯਾਤਰੀਆਂ ਲਈ ਰਸਤੇ ਖੋਲ੍ਹ ਦਿੱਤੇ ਗਏ ਨੇ, ਪਰ ਜ਼ਰੂਰੀ ਹੈ ਕਿ ਆਉਣ ਵਾਲੇ ਯਾਤਰੀਆਂ ਦੇ ਕੋਵਿਡ-19 ਵੈਕਸੀਨ ਲੱਗੀ ਹੋਵੇ। ਸਰੀ ਦੇ ਹਸਪਤਾਲ ਵਿੱਚ ਬੰਬ ਮਿਲਣ ਦੀ ਅਫਵਾਹ ਸਾਹਮਣੇ ਆਈ ਸੀ, ਜਿਸ ਦੀ ਪੁਲਿਸ ਵੱਲੋਂ ਸੱਚਾਈ ਦੱਸੀ ਗਈ। ਪੁਲਿਸ ਵੱਲੋਂ ਦੱਸਿਆ ਗਿਆ ਕਿ ਇੱਥੇ ਬੰਬ ਨਹੀਂ ਮਿਲਿਆ। ਜੋ ਇਸ ਡਿਵਾਈਸ ਨੂੰ ਬੰਬ ਸਮਝ ਲਿਆ ਗਿਆ ਸੀ ਉਹ ਦਰਅਸਲ ਕੁਝ ਹੋਰ ਸੀ। ਇਸ ਬਾਰੇ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਸਰੀ ਮੈਮੋਰੀਅਲ ਹਸਪਤਾਲ ਵਿੱਚ ਬੰਬ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਸੀ, ਜਿਸ ਬਾਰੇ ਪੁਲਿਸ ਵੱਲੋਂ ਦੱਸਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜੋ ਉਹਨਾਂ ਨੂੰ ਹਸਪਤਾਲ ਵਿੱਚ ਬੰਬ ਦੇ ਬਾਰੇ ਜਾਣਕਾਰੀ ਮਿਲੀ ਸੀ ਉਹ ਝੂਠੀ ਸੀ। ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਇੱਕ ਖਬਰ ਮਿਲੀ ਸੀ ਕਿ ਹਸਪਤਾਲ ਵਿੱਚ ਕੋਈ ਐਕਸਪਲੋਸਿਵ ਡਿਵਾਈਸ ਹੈ। ਪੁਲਿਸ ਜਦੋਂ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੀ ਤਾਂ ਉਹਨਾਂ ਵੱਲੋਂ ਹਰ ਚੀਜ਼ ਦੀ ਜਾਂਚ ਕੀਤੀ ਗਈ। ਹਸਪੀਟਲ ਸਟਾਫ ਦੇ ਧਿਆਨ ਵਿੱਚ ਆਇਆ ਸੀ ਕਿ ਬਾਥਰੂਮ ਦੀ ਇੱਕ ਟਾਇਲ ਹਟੀ ਹੋਈ ਸੀ, ਜਿਸ ਕਾਰਨ ਉਹਨਾਂ ਨੂੰ ਸ਼ੱਕ ਪਿਆ ਕਿ ਇੱਥੇ ਬੰਬ ਹੋ ਸਕਦਾ ਹੈ। ਸਟਾਫ ਨੂੰ ਇੱਕ ਇਸ ਤਰ੍ਹਾਂ ਦੀ ਚੀਜ਼ ਨਜ਼ਰ ਆਈ ਜਿਸ ਨੂੰ ਉਹਨਾਂ ਨੇ ਬੰਬ ਸਮਝ ਲਿਆ। ਇਸ ਦੌਰਾਨ ਆਰਸੀਐਮਪੀ ਦੀ ਸਪੈਸ਼ਲਾਈਜ਼ਡ ਐਕਸਪਲੋਸਿਵ ਡਿਸਪੋਜ਼ੇਬਲ ਯੂਨਿਟ ਵੱਲੋਂ ਚੈਕਿੰਗ ਕੀਤੀ ਗਈ, ਜਿਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਇਹ ਜਾਣਕਾਰੀ ਸੱਚੀ ਸੀ ਜਾਂ ਫਿਰ ਝੂਠੀ। ਉਹਨਾਂ ਵੱਲੋਂ ਦੱਸਿਆ ਗਿਆ ਕਿ ਜੋ ਇੱਥੇ ਡਿਵਾਈਸ ਪਾਈ ਗਈ ਉਹ ਐਕਸਪਲੋਸਿਵ ਨਹੀਂ ਸੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਆਰਸੀਐਮਪੀ ਵੱਲੋਂ ਆਮ ਲੋਕਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਕਦੇ ਵੀ ਤੁਸੀਂ ਕਿਤੇ ਇਸ ਤਰ੍ਹਾਂ ਦੀ ਕੋਈ ਚੀਜ਼ ਦੇਖੋ ਜਾਂ ਸਸਪੀਸ਼ੀਅਸ ਡਿਵਾਈਸ ਪੈਕੇਜ ਪੋਸੀਬਲ ਐਕਸਪਲੋਸਿਵ ਦੇਖੋ ਤਾਂ ਪੁਲਿਸ ਨਾਲ ਜ਼ਰੂਰ ਸੰਪਰਕ ਕੀਤਾ ਜਾਵੇ। ਸੜਕ ਹਾਦਸੇ ਵਿੱਚ ਇੱਕ ਦੇ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੀ ਪੁਲਿਸ ਵੱਲੋਂ ਜਾਣੀ ਕਿ ਪੀਲ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ 2 ਜਾਣਿਆਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਦੋਨੋਂ ਜਾਣੇ ਕਿਸ ਤਰ੍ਹਾਂ ਦੇ ਦਿਖਦੇ ਨੇ ਇਹ ਵੀ ਪੁਲਿਸ ਵੱਲੋਂ ਦੱਸਿਆ ਗਿਆ। ਪੀਲ ਪੁਲਿਸ ਵੱਲੋਂ ਇੱਕ ਹਾਦਸੇ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੀ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦਰਅਸਲ ਪੀਲ ਪੁਲਿਸ ਵੱਲੋਂ 2 ਜਾਣਿਆਂ ਦੀ ਭਾਲ ਕੀਤੀ ਜਾ ਰਹੀ ਹੈ, ਕਿਉਂਕਿ ਇੱਥੇ ਵਾਹਨ ਵੱਲੋਂ ਇੱਕ ਰਾਹਗੀਰ ਨੂੰ ਟੱਕਰ ਮਾਰੀ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ 2 ਵਜੇ ਦੇ ਕਰੀਬ ਵਾਪਰਿਆ। ਇਸ ਦੌਰਾਨ ਜੋ ਰਾਹਗੀਰ ਔਰਤ ਜ਼ਖਮੀ ਹੋਈ ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ, ਜਿਸ ਦੀ ਜਾਣਕਾਰੀ ਪੀਲ ਪੈਰਾਮੈਡਿਕਸ ਵੱਲੋਂ ਸਾਂਝੀ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਵਾਹਨ ਉਹਨਾਂ ਨੂੰ ਘਟਨਾ ਵਾਲੀ ਥਾਂ ਦੇ ਉੱਪਰ ਨਹੀਂ ਮਿਲਿਆ, ਪਰ ਬਾਅਦ ਦੇ ਵਿੱਚ ਉਸ ਨੂੰ ਲੋਕੇਟ ਕਰ ਲਿਆ ਗਿਆ। ਇਸ ਵਾਹਨ ਨੂੰ ਚਲਾਉਣ ਵਾਲਾ ਡਰਾਈਵਰ ਇੱਥੋਂ ਫਰਾਰ ਹੋ ਗਿਆ। ਇਨ੍ਹਾਂ ਵਿੱਚੋਂ ਇੱਕ ਸਸਪੈਕਟ ਦੀ ਪਹਿਚਾਣ ਪੁਲਿਸ ਵੱਲੋਂ ਜਨਤਕ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਇੱਕ ਸਸਪੈਕਟ ਦੇ ਗਹਿਰੇ ਰੰਗ ਦੀ ਜੈਕਟ ਅਤੇ ਪੈਂਟ ਪਹਿਨੀ ਹੋਈ ਸੀ ਤੇ ਉਸ ਦੀ ਉਮਰ 20 ਸਾਲ ਦੇ ਕਰੀਬ ਦੱਸੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਦੂਸਰੀ ਸਸਪੈਕਟ ਔਰਤ ਹੈ, ਜਿਸ ਦੀ ਉਮਰ 20 ਸਾਲ ਦੇ ਕਰੀਬ ਦੱਸੀ ਗਈ। ਇਸ ਵੱਲੋਂ ਜੈਕਟ ਪਾਈ ਗਈ ਹੈ ਜਿਸ ਤੇ ਫਰ ਲੱਗੀ ਹੋਈ ਹੈ ਤੇ ਨਾਲ ਹੀ ਦੱਸਿਆ ਗਿਆ ਕਿ ਇਸ ਔਰਤ ਨੇ ਡਾਰਕ ਪੈਂਟ ਪਹਿਨੀ ਹੋਈ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਅਜੇ ਤੱਕ ਪੀੜਤ ਦਾ ਨਾਮ ਜਨਤਕ ਨਹੀਂ ਕੀਤਾ। ਹੁਣ ਪੁਲਿਸ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਇਸ ਮਾਮਲੇ ਸੰਬੰਧੀ ਕੋਈ ਜਾਣਕਾਰੀ ਹੈ ਤਾਂ ਫਿਰ 905453
3311 ਦੇ ਉੱਪਰ ਪੁਲਿਸ ਨਾਲ ਸੰਪਰਕ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਅਮਰੀਕਾ ਵਿੱਚ ਟੈਸਟ ਰਿਕੁਆਇਰਮੈਂਟ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ਜੀ ਹਾਂ, ਇੰਡਸਟਰੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜੋ ਹੁਣ ਯਾਤਰੀਆਂ ਵਾਸਤੇ ਟੈਸਟਿੰਗ ਦੀ ਰਿਕੁਆਇਰਮੈਂਟ ਰੱਖੀ ਗਈ ਹੈ ਉਸ ਨੂੰ ਹਟਾ ਦਿੱਤਾ ਜਾਵੇ। ਇਸ ਸਮੇਂ ਵੱਖ-ਵੱਖ ਸੂਬਿਆਂ ਵਿੱਚ ਕੇਸਿਸ ਵੀ ਕਾਫੀ ਜ਼ਿਆਦਾ ਨੇ, ਨਾਲ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਵੈਕਸੀਨੇਸ਼ਨ ਰੇਟ ਵੀ ਕਾਫੀ ਜ਼ਿਆਦਾ ਹੈ। ਨਾਲ ਹੀ ਇਸ ਗੱਲ ਨੂੰ ਲੈ ਕੇ ਵੀ ਜ਼ਿਕਰ ਕੀਤਾ ਗਿਆ ਕਿ ਵਾਇਰਸ ਦੇ ਖਿਲਾਫ ਸਾਡੇ ਕੋਲ ਹੱਲ ਵੀ ਹੈ ਤੇ ਹੁਣ ਜੋ ਟੈਸਟਿੰਗ ਰਿਕੁਆਇਰਮੈਂਟ ਰੱਖੀ ਗਈ ਹੈ ਉਸ ਨੂੰ ਹਟਾ ਦੇਣਾ ਚਾਹੀਦਾ ਹੈ। ਅਮਰੀਕਨ ਟਰੈਵਲ ਗਰੁੱਪਸ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਮਰੀਕਾ ਵੱਲੋਂ ਜੋ ਯਾਤਰੀਆਂ ਤੋਂ ਕੋਵਿਡ-19 ਨੈਗੇਟਿਵ ਰਿਪੋਰਟ ਮੰਗੀ ਜਾਂਦੀ ਹੈ ਉਸ ਨੂੰ ਹਟਾ ਦਿੱਤਾ ਜਾਵੇ। ਜੀ ਹਾਂ, ਅਮਰੀਕਾ ਵੱਲੋਂ ਯਾਤਰੀਆਂ ਤੋਂ ਜੋ ਟੈਸਟ ਦੀ ਨੈਗੇਟਿਵ ਰਿਪੋਰਟ ਸੰਬੰਧੀ ਰਿਕੁਆਇਰਮੈਂਟ ਰੱਖੀ ਗਈ ਹੈ ਉਸ ਨੂੰ ਹਟਾਉਣ ਦੀ 에ਅਰਲਾਈਨ ਅਤੇ ਟੂਰਿਜ਼ਮ ਗਰੁੱਪਸ ਵੱਲੋਂ ਮੰਗ ਕੀਤੀ ਜਾ ਰਹੀ ਹੈ। ਉਹ ਚਾਹੁੰਦੇ ਨੇ ਜਿਸ ਤਰ੍ਹਾਂ ਯੂਨਾਈਟਿਡ ਕਿੰਗਡਮ ਵੱਲੋਂ ਕਦਮ ਚੁੱਕਿਆ ਗਿਆ ਉਸੇ ਤਰ੍ਹਾਂ ਅਮਰੀਕਾ ਨੂੰ ਵੀ ਅਜਿਹਾ ਕਰਨਾ ਚਾਹੀਦਾ ਹੈ। ਇਸ ਗਰੁੱਪ ਵੱਲੋਂ ਮੰਗ ਕੀਤੀ ਗਈ ਹੈ ਕਿ ਟੈਸਟਿੰਗ ਰਿਕੁਆਇਰਮੈਂਟ ਨੂੰ ਹਟਾ ਦਿੱਤਾ ਜਾਵੇ ਕਿਉਂਕਿ ਹਰ ਸਟੇਟ ਵਿੱਚ ਪਹਿਲਾਂ ਹੀ ਕਰੋਨਾ ਵਾਇਰਸ ਦੇ ਕਾਫੀ ਜ਼ਿਆਦਾ ਨੰਬਰ ਨੇ। ਇਸ ਤੋਂ ਇਲਾਵਾ ਵੈਕਸੀਨੇਸ਼ਨ ਰੇਟ ਵੀ ਕਾਫੀ ਜ਼ਿਆਦਾ ਹੈ ਤੇ ਇਸ ਗਰੁੱਪ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਵਾਇਰਸ ਦੇ ਖਿਲਾਫ ਟ੍ਰੀਟਮੈਂਟ ਵੀ ਹੈ। 에ਅਰਲਾਈਨ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਟੈਸਟ ਰਿਕੁਆਇਰਮੈਂਟ ਨੂੰ ਹਟਾ ਦਿੱਤਾ ਜਾਵੇਗਾ ਤਾਂ ਫਿਰ ਇਸ ਨਾਲ ਟਰੈਵਲ ਇੰਡਸਟਰੀ ਨੂੰ ਫਾਇਦਾ ਹੋਏਗਾ ਕਿਉਂਕਿ ਕਰੋਨਾ ਵਾਇਰਸ ਕਾਰਨ ਟਰੈਵਲ ਇੰਡਸਟਰੀ ਨੂੰ ਵੱਡਾ ਘਾਟਾ ਸਹਿਣਾ ਪਿਆ ਜਿਸ ਦੀ ਰਿਕਵਰੀ ਜ਼ਰੂਰੀ ਹੈ। ਹੁਣ ਇਹ ਜੋ ਮੰਗ ਕੀਤੀ ਜਾ ਰਹੀ ਹੈ, ਅਜੇ ਵਾਈਟ ਹਾਊਸ ਵੱਲੋਂ ਇਸ ਸੰਬੰਧੀ ਆਪਣਾ ਕੋਈ ਵੀ ਫੈਸਲਾ ਨਹੀਂ ਸੁਣਾਇਆ ਗਿਆ ਤੇ ਨਾ ਹੀ ਉਹਨਾਂ ਵੱਲੋਂ ਇਸ ਬਾਰੇ ਅਜੇ ਕੋਈ ਕਮੈਂਟ ਕੀਤਾ ਗਿਆ। ਜਾਣਕਾਰੀ ਲਈ ਦੱਸ ਦਈਏ ਕਿ ਮਾਰਚ 2020 ਤੋਂ ਹੀ ਕਰੋਨਾ ਵਾਇਰਸ ਕਾਰਨ ਟਰੈਵਲ ਇੰਡਸਟਰੀ ਨੂੰ ਵੱਡਾ ਘਾਟਾ ਸਹਿਣਾ ਪਿਆ ਕਿਉਂਕਿ ਵੱਖ-ਵੱਖ ਦੇਸ਼ਾਂ ਵੱਲੋਂ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ। ਯੂਐਸ ਨੂੰ ਵੀ $730 ਬਿਲੀਅਨ ਦਾ ਘਾਟਾ ਸਹਿਣਾ ਪਿਆ। ਇਸ ਤੋਂ ਇਲਾਵਾ ਟਰੈਵਲ ਇੰਡਸਟਰੀ ਵਿੱਚੋਂ ਕਈ ਨੌਕਰੀਆਂ ਵੀ ਚਲੀਆਂ ਗਈਆਂ। ਹਾਲ ਹੀ ਵਿੱਚ ਪਿਛਲੇ ਮਹੀਨੇ ਯੂਨਾਈਟਿਡ ਕਿੰਗਡਮ ਵੱਲੋਂ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਯਾਤਰੀਆਂ ਨੂੰ ਹੁਣ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣ ਦੀ ਜ਼ਰੂਰਤ ਨਹੀਂ ਹੋਵੇਗੀ ਤੇ ਹੁਣ ਇਹ ਕਦਮ ਦੇਖਣ ਤੋਂ ਬਾਅਦ ਟਰੈਵਲ ਗਰੁੱਪਸ ਮੰਗ ਕਰਦੇ ਨੇ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਵੀ ਕੁਝ ਅਜਿਹਾ ਹੀ ਕਦਮ ਚੁੱਕੇ ਤਾਂ ਕਿ ਯਾਤਰੀਆਂ ਨੂੰ ਟੈਸਟ ਦੀ ਜ਼ਰੂਰਤ ਨਾ ਹੋਵੇ। ਜਾਣਕਾਰੀ ਲਈ ਦੱਸ ਦਈਏ ਕਿ ਇਸ ਸਮੇਂ ਜਿਹੜੇ ਬਾਕੀ ਦੇਸ਼ਾਂ ਤੋਂ ਅਮਰੀਕਾ ਵਿੱਚ ਆ ਰਹੇ ਨੇ ਉਨ੍ਹਾਂ ਨੂੰ ਕੋਵਿਡ-19 ਦੀ ਨੈਗੇਟਿਵ ਰਿਪੋਰਟ ਦਿਖਾਉਣੀ ਪੈਂਦੀ ਹੈ ਪਰ ਡੋਮੈਸਟਿਕ ਯਾਤਰਾ ਦੇ ਉੱਪਰ ਟੈਸਟਿੰਗ ਰਿਕੁਆਇਰਮੈਂਟ ਦੀ ਜ਼ਰੂਰਤ ਨਹੀਂ ਕਿਉਂਕਿ ਹੁਣ ਵੈਕਸੀਨੇਸ਼ਨ ਰੇਟ ਕਾਫੀ ਜ਼ਿਆਦਾ ਹੈ ਤੇ ਵੱਖ-ਵੱਖ ਦੇਸ਼ਾਂ ਵਿੱਚ ਜ਼ਿਆਦਾਤਰ ਲੋਕਾਂ ਨੂੰ ਕੋਵਿਡ-19 ਵੈਕਸੀਨ ਲੱਗ ਚੁੱਕੀ ਹੈ। ਇਸ ਕਰਕੇ ਹੁਣ ਟਰੈਵਲ ਇੰਡਸਟਰੀ ਵੀ ਚਾਹੁੰਦੀ ਹੈ ਕਿ ਜੋ ਉਨ੍ਹਾਂ ਨੂੰ ਕਾਫੀ ਲੰਬੇ ਸਮੇਂ ਤੋਂ ਘਾਟਾ ਸਹਿਣਾ ਪਿਆ ਉਸ ਨੂੰ ਹੁਣ ਪੂਰਾ ਕੀਤਾ ਜਾ ਸਕੇ। ਵੈਸਟਜੈਟ 에ਅਰਲਾਈਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਨ੍ਹਾਂ ਵੱਲੋਂ ਮਾਰਚ ਮਹੀਨੇ ਦੀਆਂ ਕਈ ਉਡਾਨਾਂ ਰੱਦ ਕੀਤੀਆਂ ਗਈਆਂ ਨੇ। 30% ਦੇ ਕਰੀਬ ਫਲਾਈਟਸ ਜਿਹੜੀਆਂ ਰੱਦ ਕੀਤੀਆਂ ਗਈਆਂ। ਇਸ ਦੇ ਪਿੱਛੇ ਕਾਰਨ ਵੀ ਉਹਨਾਂ ਵੱਲੋਂ ਦੱਸਿਆ ਗਿਆ। 에ਅਰਲਾਈਨ ਵੱਲੋਂ ਹੋਰ ਕੀ ਕਿਹਾ ਗਿਆ ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। ਵੈਸਟਜੈਟ ਵੱਲੋਂ ਆਪਣੀਆਂ ਕਈ ਉਡਾਨਾਂ ਰੱਦ ਕੀਤੀਆਂ ਗਈਆਂ ਨੇ। ਜਾਣਕਾਰੀ ਮੁਤਾਬਕ ਮਾਰਚ ਮਹੀਨੇ ਦੀਆਂ ਉਡਾਨਾਂ ਵਿੱਚੋਂ 20% ਉਡਾਨਾਂ ਰੱਦ ਕਰ ਦਿੱਤੀਆਂ ਗਈਆਂ। ਵੈਸਟਜੈਟ ਵੱਲੋਂ ਯਾਤਰਾ ਸੰਬੰਧੀ ਪਾਬੰਦੀਆਂ ਟੈਸਟ ਰਿਕੁਆਇਰਮੈਂਟਸ ਦੇ ਚੱਲਦਿਆਂ ਇਹ ਕਦਮ ਚੁੱਕਿਆ ਗਿਆ। ਜੀ ਹਾਂ, ਕਰੋਨਾ ਵਾਇਰਸ ਦੇ ਕਾਰਨ 에ਅਰਲਾਈਨ ਵੱਲੋਂ ਕਈ ਉਡਾਨਾਂ ਰੋਕੀਆਂ ਗਈਆਂ ਨੇ। ਇਸ ਬਾਰੇ ਕੈਲਗਰੀ ਬੇਸਡ ਕੰਪਨੀ ਵੱਲੋਂ ਹਾਲ ਹੀ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਇੱਕ ਨਿਊਜ਼ ਰਿਲੀਜ਼ ਦੇ ਰਾਹੀਂ ਉਹਨਾਂ ਵੱਲੋਂ ਦੱਸਿਆ ਗਿਆ ਕਿ 에ਅਰ ਟਰੈਵਲ ਸਭ ਤੋਂ ਵੱਧ ਟੈਸਟਡ ਹੈ ਅਤੇ ਨਾਲ ਹੀ ਮੋਸਟ ਰਿਸਟ੍ਰਿਕਟਡ ਕੰਜ਼ਿਊਮਰ ਐਕਟੀਵਿਟੀ ਵੀ ਇਸ ਨੂੰ ਦੱਸਿਆ ਗਿਆ। ਵੈਸਟਜੈਟ ਦੇ ਇੰਟਰਿਮ ਪ੍ਰੈਜ਼ੀਡੈਂਟ ਦਾ ਕਹਿਣਾ ਹੈ ਕਿ ਟਰੈਵਲ ਐਡਵਾਈਜ਼ਰੀ, ਰਿਸਟ੍ਰਿਕਸ਼ਨਸ ਅਤੇ ਟੈਸਟਿੰਗ ਰਿਕੁਆਇਰਮੈਂਟ ਕੁਝ ਸਮੇਂ ਦੇ ਲਈ ਨੇ ਪਰ ਇਸ ਦਾ ਅਸਰ 에ਅਰਲਾਈਨ ਦੇ ਉੱਪਰ ਪੈ ਰਿਹਾ ਹੈ। ਇਸ ਸੈਕਟਰ ਨੂੰ ਜਾਣੀ ਕਿ 에ਅਰਲਾਈਨ ਸੈਕਟਰ ਨੂੰ ਇਸ ਕਾਰਨ ਕਾਫੀ ਪ੍ਰਭਾਵਿਤ ਹੋਣਾ ਪੈ ਰਿਹਾ ਹੈ। ਉਹਨਾਂ ਮੁਤਾਬਕ ਕੈਨੇਡਾ ਅਜਿਹਾ ਦੇਸ਼ ਹੈ ਜਿਨ੍ਹਾਂ ਵੱਲੋਂ ਅਜੇ ਵੀ PCR ਟੈਸਟ ਰਿਕੁਆਇਰਮੈਂਟ ਮੰਗੀ ਜਾ ਰਹੀ ਹੈ। ਹੁਣ 에ਅਰਲਾਈਨ ਵੱਲੋਂ ਉਡੀਕ ਕੀਤੀ ਜਾ ਰਹੀ ਹੈ ਕਿ ਜਲਦ ਹੋਰ ਵੀ ਰਾਹਤ ਦਿੱਤੀ ਜਾ ਸਕੇ ਤੇ ਨਾਲ ਹੀ ਇਸ ਵੈਸਟਜੈਟ 에ਅਰਲਾਈਨ ਦਾ ਕਹਿਣਾ ਹੈ ਕਿ ਜਿਹੜੇ ਇਹਨਾਂ ਉਡਾਨਾਂ ਰੱਦ ਕਾਰਨ ਯਾਤਰੀ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਨੋਟੀਫਾਈ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਫਰਵਰੀ ਮਹੀਨੇ ਦੀਆਂ ਫਲਾਈਟਸ ਦੇ ਵਿੱਚ 에ਅਰਲਾਈਨ ਵੱਲੋਂ 20% ਦੀ ਕਟੌਤੀ ਕੀਤੀ ਗਈ ਸੀ ਤੇ ਜਨਵਰੀ ਮਹੀਨੇ ਦੌਰਾਨ 15% ਦੀ ਕਟੌਤੀ ਕੀਤੀ ਗਈ ਸੀ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਖਰਾਬ ਮੌਸਮ ਜਾਣੀ ਕਿ ਭਾਰੀ ਬਰਫ਼ਬਾਰੀ ਕਾਰਨ ਇੱਕ ਜੋੜਾ ਕੈਬਿਨ ਵਿੱਚ ਫਸ ਗਿਆ ਸੀ ਜਿਸ ਨੂੰ 2 ਮਹੀਨਿਆਂ ਬਾਅਦ ਰੈਸਕਿਊ ਕੀਤਾ ਗਿਆ। ਹੈਲੀਕਾਪਟਰ ਦੇ ਸਹਾਰੇ ਇਸ ਜੋੜੇ ਨੂੰ ਕੱਢਿਆ ਗਿਆ ਜਿਨ੍ਹਾਂ ਦਾ ਕੁੱਤਾ ਵੀ ਉਹਨਾਂ ਦੇ ਨਾਲ ਮੌਜੂਦ ਸੀ। ਕੈਲੀਫੋਰਨੀਆ ਦਾ ਇੱਕ ਜੋੜਾ 2 ਮਹੀਨੇ ਤੱਕ ਰਿਮੋਟ ਕੈਬਿਨ ਵਿੱਚ ਫਸਿਆ ਗਿਆ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ। ਜੀ ਹਾਂ, ਇਸ ਜੋੜੇ ਨੂੰ ਹੈਲੀਕਾਪਟਰ ਟੀਮ ਵੱਲੋਂ ਰੈਸਕਿਊ ਕੀਤਾ ਗਿਆ ਜਿਨ੍ਹਾਂ ਨੇ 2 ਮਹੀਨੇ ਦਾ ਸਮਾਂ ਆਪਣੇ ਕੈਬਿਨ ਦੇ ਵਿੱਚ ਬਿਤਾਇਆ। ਕੈਲੀਫੋਰਨੀਆ ਹਾਈਵੇ ਪੈਟਰੋਲ ਵੈਲੀ ਡਿਵੀਜ਼ਨ 에ਅਰ ਆਪਰੇਸ਼ਨ ਵੱਲੋਂ ਇਹ ਜਾਣਕਾਰੀ ਫੇਸਬੁੱਕ ਪੋਸਟ ਦੇ ਰਾਹੀਂ ਸਾਂਝੀ ਕੀਤੀ ਗਈ।
ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ 6 ਦਸੰਬਰ 2021 ਨੂੰ ਜੋ ਸਨੋ ਸਟਾਰਮ ਆਇਆ ਸੀ ਉਸ ਕਾਰਨ ਇਹ ਜੋੜਾ ਆਪਣੇ ਕੈਬਿਨ ਦੇ ਵਿੱਚ ਹੀ ਫਸ ਗਿਆ। ਉਸ ਦੇ 2 ਮਹੀਨੇ ਬਾਅਦ ਹੁਣ ਇਹਨਾਂ ਨੂੰ ਬਾਹਰ ਕੱਢਿਆ ਗਿਆ ਹੈ। ਇਸ ਦੌਰਾਨ ਜੋੜੇ ਦਾ ਕੁੱਤਾ ਵੀ ਉਹਨਾਂ ਦੇ ਨਾਲ ਸੀ, ਜਿਨ੍ਹਾਂ ਦੀਆਂ ਸਪਲਾਈਜ਼ ਹੁਣ ਖਤਮ ਹੋ ਚੁੱਕੀਆਂ ਸਨ। CHP ਵੱਲੋਂ ਹੈਲੀਕਾਪਟਰ ਰੈਸਕਿਊ ਟੀਮ ਭੇਜੀ ਗਈ, ਜਿਨ੍ਹਾਂ ਦੀ ਫੁਟੇਜ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਕਿ ਕਿਸ ਤਰ੍ਹਾਂ ਇਹ ਜੋੜਾ ਫਸਿਆ ਹੋਇਆ ਸੀ। ਇਸ ਦੌਰਾਨ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਵੇਂ ਕੈਬਿਨ ਦਾ ਮੋਰਲਾ ਹਿੱਸਾ ਸਨੋ ਕਾਰਨ ਬੰਦ ਪਿਆ ਸੀ। ਪੈਟਰੋਲ ਏਜੰਸੀ ਦਾ ਕਹਿਣਾ ਹੈ ਕਿ ਹੈਲੀਕਾਪਟਰ ਕੈਬਿਨ ਦੇ ਨੇੜੇ ਉਤਾਰਨਾ ਬਹੁਤ ਔਖਾ ਸੀ, ਕਿਉਂਕਿ ਇੱਥੇ ਤੇਜ਼ ਹਵਾ ਚੱਲ ਰਹੀ ਸੀ, ਜਿਸ ਕਾਰਨ ਹੈਲੀਕਾਪਟਰ ਨੂੰ ਉਤਾਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਹੁਣ ਜੋੜਾ ਅਤੇ ਉਹਨਾਂ ਦੇ ਕੁੱਤੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਤੇ ਇਹਨਾਂ ਦੀ ਪਹਿਚਾਣ ਪੁਲਿਸ ਵੱਲੋਂ ਅਜੇ ਜਨਤਕ ਨਹੀਂ ਕੀਤੀ ਗਈ। ਕੋਰੋਨਾ ਵਾਇਰਸ ਦਾ ਅਸਰ ਵੱਖ-ਵੱਖ ਚੀਜ਼ਾਂ ਦੇ ਉੱਪਰ ਪਿਆ ਤੇ ਇਸ ਕਾਰਨ ਖਾਸ ਤੌਰ ਦੇ ਉੱਪਰ ਮੈਂਟਲ ਹੈਲਥ ਪ੍ਰਭਾਵਿਤ ਹੋਈ ਹੈ। ਇੱਕ ਪੋਲ ਤੋਂ ਇਸ ਬਾਰੇ ਜਾਣਕਾਰੀ ਸਾਹਮਣੇ ਆਈ, ਜਿਸ ਵਿੱਚ ਪਤਾ ਚੱਲਿਆ ਕਿ ਓਨਟਾਰੀਓ ਵਾਸੀਆਂ ਦੀ ਮੈਂਟਲ ਹੈਲਥ ਨੂੰ ਕਿਸ ਤਰ੍ਹਾਂ ਕੋਰੋਨਾ ਵਾਇਰਸ ਨੇ ਪ੍ਰਭਾਵਿਤ ਕੀਤਾ। ਕੋਰੋਨਾ ਵਾਇਰਸ ਦਾ ਅਸਰ ਵੱਖ-ਵੱਖ ਚੀਜ਼ਾਂ ਉੱਪਰ ਪਿਆ ਹੈ। ਇਸ ਕਾਰਨ ਵੱਡੇ ਪੱਧਰ ਤੇ ਮੈਂਟਲ ਹੈਲਥ ਵੀ ਪ੍ਰਭਾਵਿਤ ਹੋਈ ਹੈ। ਓਨਟਾਰੀਓ ਵਿੱਚ ਕੋਰੋਨਾ ਵਾਇਰਸ ਕਾਰਨ ਜਿਨ੍ਹਾਂ ਦੀ ਮੈਂਟਲ ਹੈਲਥ ਦੇ ਉੱਪਰ ਅਸਰ ਪਿਆ, ਉਹਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਹ ਖੁਲਾਸਾ ਇੱਕ ਸਰਵੇ ਤੋਂ ਹੋਇਆ ਹੈ। ਜੀ ਹਾਂ, ਕੈਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ ਵੱਲੋਂ ਇੱਕ ਪੋਲ ਕਰਵਾਇਆ ਗਿਆ, ਜਿਸ ਵਿੱਚ ਇਹ ਪਤਾ ਚੱਲਦਾ ਹੈ ਕਿ 24% ਮੰਨਦੇ ਨੇ ਕਿ ਉਹਨਾਂ ਨੂੰ ਮੈਂਟਲ ਹੈਲਥ ਚੈਲੰਜਸ ਦਾ ਸਾਹਮਣਾ ਕਰਨਾ ਪੈ ਰਿਹਾ, ਜਦਕਿ ਪਿਛਲੇ ਸਰਦੀਆਂ ਵਿੱਚ ਇਹਨਾਂ ਦੀ ਗਿਣਤੀ 17% ਸੀ, ਜਿਹੜੇ ਕਹਿ ਰਹੇ ਸਨ ਕਿ ਮੈਂਟਲ ਹੈਲਥ ਚੈਲੰਜਸ ਦਾ ਉਹਨਾਂ ਵੱਲੋਂ ਸਾਹਮਣਾ ਕੀਤਾ ਜਾ ਰਿਹਾ। ਇਸ ਪੋਲ ਵਿੱਚ 1001 ਓਨਟਾਰੀਓ ਅਡਲਟਸ ਨੂੰ ਸ਼ਾਮਲ ਕੀਤਾ ਗਿਆ ਅਤੇ ਇਹ 10 ਜਨਵਰੀ ਤੋਂ 17 ਜਨਵਰੀ ਦੇ ਵਿਚਕਾਰ ਕਰਵਾਇਆ ਗਿਆ। ਇਸ ਸਰਵੇ 'ਚੋਂ ਇਹ ਵੀ ਨਿਕਲ ਕੇ ਗੱਲ ਸਾਹਮਣੇ ਆਈ ਹੈ ਕਿ 48% ਮੰਨਦੇ ਨੇ ਕਿ ਪੈਂਡੈਮਿਕ ਕਾਰਨ ਉਹਨਾਂ ਦੀ ਮੈਂਟਲ ਹੈਲਥ ਖਰਾਬ ਹੋ ਗਈ ਹੈ, ਜਦਕਿ ਪੈਂਡੈਮਿਕ ਦੀ ਸ਼ੁਰੂਆਤ ਵਿੱਚ ਇਹ ਗਿਣਤੀ 36% ਸੀ। 31% ਕਹਿੰਦੇ ਨੇ ਕਿ ਉਹਨਾਂ ਵੱਲੋਂ ਸਟ੍ਰੈਸ ਦਾ ਸਾਹਮਣਾ ਕੀਤਾ ਜਾ ਰਿਹਾ ਹੈ ਤੇ 31% ਇਹ ਕਹਿੰਦੇ ਹਨ ਕਿ ਉਹਨਾਂ ਨੂੰ ਹਾਈ ਲੈਵਲ ਐਂਜ਼ਾਈਟੀ ਹੈ। 43% ਕਹਿੰਦੇ ਨੇ ਕਿ ਮਦਦ ਲੈਣੀ ਔਖੀ ਹੈ, ਜਦਕਿ ਪੈਂਡੈਮਿਕ ਦੀ ਸ਼ੁਰੂਆਤ ਵਿੱਚ ਇਹ ਗਿਣਤੀ 37% ਸੀ। ਇੰਨਾ ਹੀ ਨਹੀਂ, ਇਸ ਪੋਲ ਤੋਂ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ 65% ਮੰਨਦੇ ਨੇ ਕਿ ਮੈਂਟਲ ਹੈਲਥ ਸਪੋਰਟ ਉਹਨਾਂ ਵਾਸਤੇ ਮਦਦਗਾਰ ਹੈ, ਜਦਕਿ ਪਹਿਲਾਂ ਇਹ ਗਿਣਤੀ 77% ਸੀ, ਜਿਸ ਦਾ ਮਤਲਬ ਹੈ ਕਿ ਪਹਿਲਾਂ ਦੇ ਮੁਕਾਬਲੇ ਅਜਿਹਾ ਮੰਨਣ ਵਾਲਿਆਂ ਦੀ ਗਿਣਤੀ ਘੱਟ ਹੋਈ ਹੈ। ਹਰਜੀਤ ਸੱਜਣ ਵੱਲੋਂ ਇੱਕ ਸਮਾਗਮ ਵਿੱਚ ਹਿੱਸਾ ਲਿਆ ਗਿਆ, ਜਿਸ ਮੌਕੇ ਉਹਨਾਂ ਵੱਲੋਂ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਸਾਂਝੀ ਕੀਤੀ ਗਈ। ਇਸ ਇਵੈਂਟ ਵਿੱਚ ਕੀ ਖਾਸ ਸੀ ਤੇ ਉਹਨਾਂ ਵੱਲੋਂ ਕਿਹੜੇ ਵਿਚਾਰ ਸਾਂਝੇ ਕੀਤੇ ਗਏ, ਇਹ ਉਹਨਾਂ ਵੱਲੋਂ ਦੱਸਿਆ ਗਿਆ। ਹਰਜੀਤ ਸੱਜਣ ਵੱਲੋਂ ਕੈਨੇਡਾ ਦੀ ਇੰਟਰਨੈਸ਼ਨਲ ਡਿਵੈਲਪਮੈਂਟ ਗਲੋਬਲ ਅਫੇਅਰਸ ਕੈਨੇਡਾ ਵਿੱਚ ਹਿੱਸਾ ਲਿਆ ਗਿਆ, ਜਿਸ ਦੀ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਇੱਕ ਵੀਡੀਓ ਜਾਰੀ ਕਰਕੇ ਦਿੱਤੀ। ਇਸ ਦੌਰਾਨ ਹਰਜੀਤ ਸੱਜਣ ਦਾ ਕਹਿਣਾ ਹੈ ਕਿ ਗਲੋਬਲ ਚੈਲੰਜਸ ਕੈਨੇਡਾ ਦੇ ਚੈਲੰਜ ਹਨ ਅਤੇ ਅਸੀਂ ਇਸ ਨੂੰ ਪੂਰਾ ਕਰ ਸਕਦੇ ਹਾਂ। ਇਸ ਦੌਰਾਨ ਉਹਨਾਂ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Hello everyone, I am Minister Harjit Sajjan, and this week is International Development Week. International Development Week is an opportunity to mark Canada's contributions through our feminist international assistance policy towards building a more peaceful, inclusive, and prosperous world for everyone. Now, over the course of this week, hundreds of activities across the country will shine a spotlight on Canada's contributions to international development around the world, share our stories, and reaffirm our commitment to the United Nations Sustainable Development Goals. It's also a time to thank you, the individuals and partner organizations who work tirelessly 365 days a year on making these goals a reality. As the COVID-19 pandemic continues to impact everyone around the world, it is clear that the global challenges are also Canada's challenges. We know that our greatest resource is us. Each of us, from coast to coast to coast, and from all walks of life, have an opportunity to get involved in the international effort to build better lives around the world. Canada's efforts toward achieving gender equality, a greener planet, and equal access to education and healthcare are transforming lives in some of the most challenging areas of the globe. So let's keep going. Let's keep working. Let's encourage others to join us. Let's continue to go for the goals together. ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਸ ਸਮੇਂ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਸੂਬਿਆਂ ਤੋਂ ਕਿੰਨੇ ਕੇਸਿਸ ਦਰਜ ਕੀਤੇ ਜਾ ਰਹੇ ਨੇ, ਦੱਸਾਂਗੇ ਤੁਹਾਨੂੰ ਇਸ ਖਬਰ ਵਿੱਚ।
ਓਨਟਾਰੀਓ ਦੇ ਹਸਪਤਾਲ ਵਿੱਚ ਇਸ ਸਮੇਂ 2000 ਤੋਂ ਵੱਧ ਮਰੀਜ਼ਾਂ ਦੀ ਗਿਣਤੀ ਦੱਸੀ ਗਈ ਅਤੇ ਇੰਟੈਂਸਿਵ ਕੇਅਰ ਅਧੀਨ 486 ਜਾਣੇ ਦੱਸੇ ਗਏ ਹਨ। ਇਸ ਤੋਂ ਇਲਾਵਾ 24 ਘੰਟਿਆਂ ਦੌਰਾਨ ਸੂਬੇ ਵਿੱਚ 2088 ਕੇਸਿਸ ਦਰਜ ਕੀਤੇ ਗਏ। ਇਨ੍ਹਾਂ ਵਿੱਚ 351 ਅਨਵੈਕਸੀਨੇਟਡ, 82 ਪਾਰਸ਼ਲੀ ਵੈਕਸੀਨੇਟਡ ਤੇ 1443 ਫੁੱਲੀ ਵੈਕਸੀਨੇਟਡ ਹਨ। ਸੂਬੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 11836 ਮੌਤਾਂ ਹੋ ਚੁੱਕੀਆਂ ਨੇ। ਵੈਕਸੀਨੇਸ਼ਨ ਦੇ ਬਾਰੇ ਆਈ ਜਾਣਕਾਰੀ ਮੁਤਾਬਕ 99.5% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼, ਜਾਣੀ ਕਿ ਇਹ ਆਬਾਦੀ ਫੁੱਲੀ ਵੈਕਸੀਨੇਟਡ ਹੈ। 92.1% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਹਾਸਲ ਕੀਤੀ ਗਈ ਹੈ ਤੇ ਤੀਸਰਾ ਟੀਕਾ ਲਗਵਾਉਣ ਵਾਲਿਆਂ ਦਾ ਅੰਕੜਾ 51.1% ਦਾ ਹੈ। 5 ਸਾਲ ਤੋਂ 11 ਸਾਲ ਦੇ ਬੱਚਿਆਂ ਵਿੱਚੋਂ 54.4% ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਅਤੇ 23.8% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਹਾਸਲ ਕੀਤੀਆਂ ਗਈਆਂ। ਟੈਸਟ ਪੋਜ਼ਿਟਿਵਿਟੀ ਰੇਟ ਇਸ ਸੂਬੇ ਵਿੱਚ 14.2% ਦਾ ਦਰਜ ਕੀਤਾ ਗਿਆ। ਕਿਊਬਿਕ ਵਿੱਚ ਅੱਜ ਤੋਂ ਕੋਰੋਨਾ ਪਾਬੰਦੀਆਂ ਵਿੱਚ ਰਾਹਤ ਦਿੱਤੀ ਜਾ ਰਹੀ ਹੈ, ਜਿੱਥੇ ਮੁੜ ਤੋਂ ਕੁਝ ਚੀਜ਼ਾਂ ਖੁੱਲ੍ਹਣ ਜਾ ਰਹੀਆਂ ਨੇ। ਇੱਥੇ ਸਿਨੇਮਾ, ਸਪੋਰਟਸ ਸੈਂਟਰ ਅਤੇ ਹੋਰ ਧਾਰਮਿਕ ਥਾਵਾਂ ਲਿਮਿਟਿਡ ਕੈਪੈਸਿਟੀ ਨਾਲ ਮੁੜ ਤੋਂ ਖੋਲ੍ਹੀਆਂ ਜਾਣਗੀਆਂ। ਇਸ ਤੋਂ ਇਲਾਵਾ ਕਿਊਬਿਕ ਵਿੱਚ 24 ਘੰਟਿਆਂ ਦੌਰਾਨ 2000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। 24 ਘੰਟਿਆਂ ਦੌਰਾਨ 2425 ਕੇਸਿਸ ਦਰਜ ਕੀਤੇ ਗਏ ਤੇ ਇੰਟੈਂਸਿਵ ਕੇਅਰ ਅਧੀਨ 178 ਦੀ ਗਿਣਤੀ ਰਹੀ। ਹੁਣ ਤੱਕ ਸੂਬੇ ਵਿੱਚ ਕੁੱਲ 8,83,192 ਮਾਮਲੇ ਸਾਹਮਣੇ ਆ ਚੁੱਕੇ ਨੇ ਤੇ 13,495 ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 91% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼, 85% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ 2 ਡੋਜ਼ ਅਤੇ 47% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ 3 ਡੋਜ਼ ਹਾਸਲ ਕੀਤੀਆਂ ਗਈਆਂ ਨੇ। ਕੈਨੇਡਾ ਵਿੱਚ ਹੁਣ ਤੱਕ ਕੁੱਲ 30 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ 33,000 ਤੋਂ ਵੱਧ ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਇਸ ਤੋਂ ਇਲਾਵਾ ਕੈਨੇਡਾ ਵਿੱਚ ਰਿਕਵਰਡ ਕੇਸਿਸ ਦਾ ਵੀ ਵੱਡਾ ਅੰਕੜਾ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਔਟਵਾ ਦਾ ਵੱਡਾ ਫੈਸਲਾ, ਸਟੇਟ ਆਫ ਐਮਰਜੈਂਸੀ ਦਾ ਐਲਾਨ। ਜਗਮੀਤ ਸਿੰਘ ਦੀ ਪ੍ਰਦਰਸ਼ਨ ਬਾਰੇ ਮੰਗ, ਕਿਹਾ ਬੁਲਾਈ ਜਾਵੇ ਇਸ ਤੇ ਡਿਬੇਟ। ਪ੍ਰਦਰਸ਼ਨ ਦੌਰਾਨ ਹਿੰਸਾ, 5 ਜਾਣੇ ਗ੍ਰਿਫਤਾਰ। ਕਿਊਬਿਕ ਵਿੱਚ ਪ੍ਰਦਰਸ਼ਨ, 3 ਜਾਣੇ ਕੀਤੇ ਗਏ ਗ੍ਰਿਫਤਾਰ। ਪ੍ਰਦਰਸ਼ਨ ਬਾਰੇ ਜੱਜ ਦਾ ਫੈਸਲਾ, 10 ਦਿਨਾਂ ਲਈ ਹਾਰਨ ਤੇ ਲਗਾਈ ਰੋਕ। 에ਅਰਲਾਈਨ ਨੇ ਕੀਤੀਆਂ ਉਡਾਨਾਂ ਰੱਦ, ਦੱਸਿਆ ਇਸ ਦਾ ਕਾਰਨ। ਅਮਰੀਕਾ ਵਿੱਚ ਉਡਾਨਾਂ ਬਾਰੇ ਮੰਗ, ਟੈਸਟ ਹਟਾਉਣ ਦੀ ਕੀਤੀ ਗਈ ਮੰਗ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।